अस्सलाम वालेकुम नाजरीन, न्यूज़ बॉक्स के साथ मैं हूं आपका मेज़बान जाहिद नकवी। नाजरीन, आज हम सैयदा जुगनू मोहसिन करमानी MPA हल्का PP 187 में उनके डेरे, उनकी रिहाइशगाह पर मौजूद हैं और हमारे साथ इस वक्त मौजूद हैं तर्जमान बीबी सैयदा जुगनू मोहसिन करमानी जनाब राय मुश्ताक अहमद खरल, जो कि साबिक चेयरमैन UC किला दीवान सिंह और चेयरमैन हुजरा मार्केट कमेटी। उनसे जानते हैं कि क्या वजह है कि आवाम में इतनी मकबूलियत और इतनी मोहब्बत का ये क्या राज है कि लोग जो है वो अपने लीडर सैयदा जुगनू मोहसिन करमानी साहबा के शाना बशाना जो है वो साथ खड़े हैं। तो आइए उनसे जानते हैं कि ये राज क्या है, क्यों इतनी मकबूलियत जो है बीबी सैयदा जुगनू मोहसिन करमानी की है। जी अस्सलाम वालेकुम। जी वालेकुम। राय साहब कैसे हैं आप? जी अल्लाह का शुक्र है, बड़ी मेहरबानी। आप सुनाएं, ठीक हैं? जी अल्हम्दुलिल्लाह। जी आया जी। राय साहब, क्या वजह है कि बीबी सैयदा जुगनू मोहसिन करमानी साहबा जो हैं ये पहली ही मरतबा आज़ाद उम्मीदवार की हैसियत से इलेक्शन लड़ी हैं, तो बड़ी भारी अक्सरियत से विन किया है, क्या वजह इसकी? नीयत कहेंगे आप? नीयत और दूसरे नंबर पे मुखलस साथी। मुखलस साथियों की वजह से और नीयत की वजह से बीबी को इतनी भारी जो है वो अक्सरियत मिली है। जब इंसान के इरादे पुख्ते होते हैं ना, तो माँ बाप की दुआएं हो साथ और अपनी नीयत साफ़ हो तो फिर रास्ते साफ़ हो जाते हैं। जी बिल्कुल। तो क्या वजह है कि हमने हाल ही में देखा कि जब उम्मीद शहर मोहतरमा मरियम नवाज़ साहिबा साहिवाल में एक कन्वेंशन में तशरीफ़ लाई, उन्होंने एक जलसा की जो है वो शक्ल इख्तियार कर ली, तो पूरे डिवीज़न में, पूरे साहिवाल डिवीज़न में सबसे बड़ी और भारी जो रैली थी वो सैयदा जुगनू मोहसिन करमानी की थी। जबकि ज़राए और अफवाहें जो गर्दिश कर रही थी वो ये थी कि सैयदा जुगनू मोहसिन करमानी को उसके जो वोटर हैं, उसके जो सपोर्टर हैं वो छोड़ के जा रहे हैं। तो जब रैली में शिरकत की तो हज़ारों की तादाद में जो है वो कारकुनान ने शिरकत की, इसकी क्या वजह है? ये रैली तो आपने देखी होगी, वो कुछ वो अपना, मैं अपनी मादरी ज़बान में बात करूँगा। जी। छुपी हुई कोई चीज़ नहीं हैगी सी ਉਹਦੇ ਵਿੱਚ ਮੁਖਾਲਫੀਨ ਜਾਂ ਕਿਹੜੇ ਗੱਲਾਂ ਕਰਦੇ ਨੇ ਉਹਨਾਂ ਨੂੰ ਪਤਾ ਚੱਲ ਜਾਣਾ ਚਾਹੀਦਾ ਹੈ ਵੀ ਗੱਲਾਂ ਕਰਨ ਦੇ ਵਿੱਚ ਤੇ ਕੰਮ ਕਰਨ ਦੇ ਵਿੱਚ ਫਰਕ ਹੁੰਦਾ ਹੈ। ਸਾਡੇ ਸਾਥੀ ਕਿਹੜੇ ਪਹਿਲੇ ਦਿਨ ਸਾਡੇ ਨਾਲ ਸਨ, ਉਹ ਅੱਜ ਵੀ ਸਾਡੇ ਨਾਲ ਨੇ, ਉਹ ਬੀਬੀ ਦੇ ਗਰੁੱਪ ਦੇ ਨਾਲ ਨੇ, ਲੇਕਿਨ ਕਿਹੜੇ ਆਪਣੇ ਫਾਇਦੇ, ਆਪਣੇ ਮਫਾਦ ਚਾਹੁੰਦੇ ਸਨ, 2 ਨੰਬਰ ਬੰਦੇ ਉਹ ਸਾਨੂੰ ਛੱਡ ਕੇ ਗਏ ਨੇ। ਸਾਡੇ ਸਾਥੀ ਕਿਹੜੇ ਹੈਗੇ ਨੇ ਮੁਖਲਸ, ਉਹ ਸਾਡੇ ਨਾਲ ਨੇ। ਉਸ ਤੋਂ ਬਾਅਦ ਬੀਬੀ ਦੀ ਲੰਦਨ ਬਹਿ ਕੇ ਆ ਕੇ ਆਦਤ ਕੀਤੀ ਰੈਲੀ ਦੀ, ਤੇ ਬੀਬੀ ਦਾ ਹੁਕਮ ਹੈਗਾ ਸੀ ਵੀ ਤੁਸੀਂ ਸਾਹੀਵਾਲ ਸ਼ਾਮਲ ਹੋਣਾ। ਸਾਰੇ ਸਾਥੀਆਂ ਨੂੰ ਕਿਹਾ, ਤੇ ਜਿੰਦੇ ਜ਼ੁਮੇ ਜਿਤਨੀ ਗੱਡੀ ਲੱਗੀ ਉਹ ਆਪਣੇ ਖਰਚੇ ਤੇ ਆਪਣੀ ਗੱਡੀ ਲੈ ਕੇ ਗਿਆ, ਔਰ ਬੀਬੀ ਨੇ ਫਲੈਕਸਾਂ ਦਾ ਔਰ ਖਾਣੇ ਦਾ ਅਰੇਂਜ ਕੀਤਾ ਉਸ ਇਹਨਾਂ ਦਾ ਬਿਹਤਰੀਨ। ਅੱਲਾ ਦਾ ਸ਼ੁਕਰ ਹੈ ਕਿ ਸਾਡੇ ਮੁਖਲਸ ਸਾਥੀ ਸਨ, ਸਾਰਿਆਂ ਸਪੋਰਟ ਕੀਤੀ, ਔਰ ਡਿਵੀਜ਼ਨ ਸਾਹੀਵਾਲ ਤੋਂ ਸਾਰਿਆਂ ਤੋਂ ਵੱਡੀ ਰੈਲੀ ਬੀਬੀ ਜੁਗਨੂ ਮੋਹਸਿਨ ਸਾਹਿਬਾ ਦੀ ਗਈ ਸੀ। ਔਰ ਭਰਪੂਰ ਤਰੀਕੇ ਦੇ ਨਾਲ ਅਸੀਂ ਸ਼ਿਰਗੜ੍ਹ ਤੋਂ ਲੈ ਕੇ ਸਵੇਰ 11 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਉਹ ਸਾਥੀ ਸਾਡੇ ਨਾਲ ਹੀ ਰਹੇ ਨੇ ਔਰ ਸ਼ਾਮਲ ਹੋਏ ਨੇ। ਵਾਪਸੀ ਤਾਂ ਅਸੀਂ ਉਹਨਾਂ ਨੂੰ ਇਜਾਜ਼ਤ ਦਿੱਤੀ ਤਾਂ ਆਪਣੇ ਘਰ ਗਏ ਨੇ। ਰਾਏ ਸਾਹਿਬ, ਮੈਂ ਇਲੈਕਸ਼ਨ ਦੇ ਵਿੱਚ ਔਰ ਮਜ਼ੀਦ ਜਿੰਨੀਆਂ ਰੈਲੀਆਂ ਹੋਈਆਂ ਨੇ, ਜਿੰਨੀਆਂ ਵੀ ਕਨਵੈਨਸ਼ਨਾਂ ਹੋਈਆਂ ਨੇ, ਇਲਾਕੇ ਦੀ ਸਿਆਸੀ ਔਰ ਸਮਾਜੀ ਸ਼ਖਸੀਅਤ ਉਸ ਜਲਸੇ ਵਿੱਚ ਮੌਜੂਦ ਸਨ। ਸਾਹੀਵਾਲ ਦੇ ਵਿੱਚ ਬਹੁਤ ਜ਼ਿਆਦਾ MNA MPAs ਔਰ ਡਿਸਟ੍ਰਿਕਟ ਉਕਾੜਾ ਦੇ MNA MPAs ਉਸ ਕਨਵੈਨਸ਼ਨ ਦੇ ਵਿੱਚ ਮੌਜੂਦ ਸਨ। ਉਹ ਕੀ ਵਜ੍ਹਾ ਹੈ, ਉਹ ਕਿਹੜੀ ਐਡੀ ਖਾਸ ਮੈਂ ਸਮਝਣਾ ਕਿ ਮੁਹੱਬਤ ਹੈ ਕਿ ਜਿਹਨੇ ਮਜਬੂਰ ਕਰ ਦਿੱਤਾ ਕਿ ਮਰੀਮ ਨਵਾਜ਼ ਸਾਹਿਬਾ ਨੇ ਤੁਹਾਨੂੰ ਆਪਣੇ ਨਾਲ ਕੁਰਸੀ ਦਿੱਤੀ? ਦਰਅਸਲ ਮੈਂ ਆਪਣੀ ਕਾਇਦ ਦਾ ਸ਼ੁਕਰੀਆ ਅਦਾ ਕਰਨਾ, ਕਿਉਂਕਿ ਇਹ ਲੋਕ ਤਾਂ ਬਰਦਾਸ਼ਤ ਨਹੀਂ ਕਰਦੇ ਨੇ ਕਿਉਂਕਿ ਆਮ ਆਦਮੀ ਅੱਗੇ ਆਵੇ, ਕਿਉਂਕਿ ਮੈਂ ਬੀਬੀ ਦਾ ਕੋਈ ਕਰੀਬੀ ਰਿਸ਼ਤੇਦਾਰ ਨਹੀਂ ਹਾਂ। ਮੈਂ ਉਹਨਾਂ ਦਾ ਕਿਤੇ ਨੁਮਾਇੰਦਗੀ ਕਰਨਾ, ਸਾਥੀ ਹਾਂ, 2008 ਤੋਂ ਲੈ ਕੇ ਸਾਥ ਹੈ, ਅਤੇ ਮੈਂ ਇੱਕ ਆਮ ਘਰ ਦੇ ਨਾਲ ਤਲਕ ਰੱਖਣਾ। ਮੈਨੂੰ ਬੜੀ ਖੁਸ਼ੀ ਹੈ ਕਿ MN MPA ਉਹ ਜਗ੍ਹਾ 'ਤੇ ਹੈਗੇ ਸਨ ਕਿੱਥੇ ਰਾਏ ਮੁਸ਼ਤਾਕ ਵੀ ਇਹਨਾਂ ਦੇ ਨਾਲ ਖੜਾ ਸੀ, ਅਤੇ ਮੈਂ ਬੀਬੀ ਹੋਰਾਂ ਦੀ ਨੁਮਾਇੰਦਗੀ ਕੀਤੀ ਹੈ। ਔਰ ਮੈਂ ਆ ਸਮਝਣਾ ਕਿ ਆ ਸੋਚ ਹਰ ਕਿਸੇ ਨੂੰ ਅੱਲਾਹ ਤਾਲਾ ਦੇਵੇ ਕਿ ਆਮ ਬੰਦੇ ਅੱਗੇ ਆਉਣ, ਕਿਸ ਤਰ੍ਹਾਂ ਬੀਬੀ ਰੀ ਚਾਹੁੰਦੇ ਨੇ ਕਿ ਆ ਨਹੀਂ ਕਿ ਇਸ ਚੀਜ਼ ਨੂੰ ਲੈ ਕੇ ਉਹ ਹਸਦ ਕਰਨ, ਪਛਤਾਵਣ ਕਿ ਆ ਕੀ ਹੋ ਗਿਆ, ਮੁਸ਼ਤਾਕ ਕਿਉਂ ਖੜਾ ਹੈ, ਆ ਤਾਂ ਨਹੀਂ ਹੋਣਾ ਚਾਹੀਦਾ। ਲੇਕਿਨ ਆ ਚੀਜ਼ ਅੱਲਾਹ ਤਾਲਾ ਕਿਸੇ ਨੂੰ ਤੌਫੀਕ ਦਿੰਦਾ, ਅਤੇ ਮੈਂ ਇਹਦੇ ਵਿੱਚ ਸਪੈਸ਼ਲੀ ਬੀਬੀ ਹੋਰਾਂ ਦਾ ਸ਼ੁਕਰੀਆ ਅਦਾ ਕਰਨਾ ਔਰ ਆਪਣੇ ਅੱਲਾਹ ਦਾ ਔਰ ਆਪਣੀ ਵਾਲਦਾ ਦੀ ਦੁਆਵਾਂ ਨੇ ਮੇਰੇ ਨਾਲ। ਅੱਲਾਹ ਤਾਲਾ ਨੇ ਮੈਨੂੰ ਇੱਜ਼ਤ ਦਿੱਤੀ ਔਰ ਬੀਬੀ ਹੋਰਾਂ ਮੈਨੂੰ ਆਪਣੀ ਜਗ੍ਹਾ 'ਤੇ ਖੜਾ ਕੀਤਾ, ਮੈਂ ਉਹਨਾਂ ਦੀ ਉੱਥੇ ਖੜਾ ਹੋ ਕੇ ਨੁਮਾਇੰਦਗੀ ਕੀਤੀ।
ਹਾਂ, ਬਹੁਤ ਅੱਛੀ ਗੱਲ ਹੈ। ਰਾਏ ਸਾਹਿਬ, ਬੜੀਆਂ ਅਫਵਾਹਾਂ ਗਰਦਿਸ਼ ਕਰ ਰਹੀਆਂ ਨੇ ਕਿ ਬੀਬੀ ਸਈਦਾ ਜੁਗਨੂ ਮੋਹਸਿਨ ਕਰਮਾਨੀ ਸਾਹਿਬਾ ਜੋ ਹੈ ਉਹਨਾਂ ਨੂੰ ਟਿਕਟ ਨਹੀਂ ਮਿਲੇਗਾ ਨੂਨ ਲੀਗ ਦੀ ਤਰਫੋਂ, ਕਿਉਂਕਿ ਪੀਪੀ 187 ਦੇ ਵਿੱਚ ਕੈਂਡੀਡੇਟ ਸੈਯਦ ਆਸ਼ਿਕ ਹੁਸੈਨ ਕਰਮਾਨੀ ਸਾਹਿਬ ਜਿਹੜੇ ਨੇ ਉਹ ਵੀ ਨੂਨ ਲੀਗ ਦੇ ਉਮੀਦਵਾਰ ਨੇ। ਤਾਂ ਕੀ ਸਮਝਦੇ ਤੇ ਤੁਸੀਂ ਕਿ ਬੀਬੀ ਨੂੰ ਟਿਕਟ ਮਿਲੇਗਾ ਜਾਂ ਆਸ਼ਿਕ ਕਰਮਾਨੀ ਸਾਹਿਬ ਨੂੰ ਮਿਲੇਗਾ? ਜ਼ਹਿਰ ਭਾਈ, ਦਰਅਸਲ 2018 ਦਾ ਕਿਸ ਟਾਈਮ ਇਲੈਕਸ਼ਨ ਹੋਇਆ ਸੀ ਨਾ, ਉਸ ਟਾਈਮ ਤੁਹਾਨੂੰ ਪਤਾ ਹੈ ਬੀਬੀ ਦੇ ਆਜ਼ਾਦ ਇਲੈਕਸ਼ਨ ਲੜੇ ਸਨ ਤੇ ਬੜੀ ਲੀਡ ਤੋਂ ਜਿੱਤੇ ਸਨ। ਉਹ ਸਾਥੀ ਅੱਜ ਵੀ ਸਾਡੇ ਨਾਲ ਕਾਇਮ ਨੇ। ਬਕਾਇਆ ਰਹਿ ਗਈ ਟਿਕਟ ਦੀ ਗੱਲ। ਅਸੀਂ 2018 ਤੋਂ ਬਾਅਦ ਤੁਹਾਨੂੰ ਪਤਾ ਵੀ ਅਤਮਾਦ ਦਾ ਵੋਟ ਪੀਟੀਆਈ ਨੂੰ ਦੇ ਕੇ ਹਲਕੇ ਤੇ ਕੰਮ ਕਰਵਾਏ, ਫਿਰ ਅਸੀਂ ਬਕਾਇਦਾ ਤੌਰ ਤੇ ਸ਼ਾਮਲ ਹੋਏ ਨੂਨ ਲੀਗ ਦੇ ਵਿੱਚ। ਤਾਂ ਐਮਪੀ ਦੀ ਟਿਕਟ ਦੀ ਗੱਲ ਕਰਦੇ ਨਾ, ਇਨਸ਼ਾ ਅੱਲਾਹ ਬੀਬੀ ਦੀ ਨੂੰ ਹਲਕਾ 137 ਦੀ ਟਿਕਟ ਦੀ ਵੀ ਆਫਰ ਹੋਈ ਹੈ ਮਾਸ਼ਾਅੱਲਾ। ਲੇਕਿਨ ਕੀ ਵਜ੍ਹਾ ਹੈ ਕਿ ਬੀਬੀ ਸਾਹਿਬਾ ਜਿਸ ਹਲਕੇ ਵਿੱਚ ਵੀ ਜਾਂਦੀਆਂ ਨੇ ਉੱਥੇ ਦੇ ਲੋਕ ਖੁਸ਼ ਹੋ ਜਾਂਦੇ ਨੇ? ਬੀਬੀ ਸਾਹਿਬਾ ਨੇ ਅੰਬਾਰ ਲਾ ਦਿੱਤੇ ਨੇ ਕੰਮ ਦੇ, ਤਰੱਕੀਆਤੀ ਕੰਮ। ਮੈਂ ਇਹ ਸਮਝਣਾ ਜ਼ਾਤੀ ਤੌਰ ਤੇ ਕਿ ਪਿਛਲੇ 35 ਤੋਂ 40 ਸਾਲ ਦੇ ਅੰਦਰ ਉਹ ਕੰਮ ਨਹੀਂ ਹੋਏ ਕਿ ਜਿੰਨੇ ਬੀਬੀ ਸਾਹਿਬਾ ਨੇ 3.5 ਸਾਲ ਦੇ ਵਿੱਚ ਕਰ ਦਿੱਤੇ ਨੇ। ਇਹਦੀ ਕੀ ਵਜ੍ਹਾ ਹੈ? ਜਦਕਿ ਬੀਬੀ ਸਾਹਿਬਾ ਜਿਹੜੀਆਂ ਨੇ ਉਹ ਆਜ਼ਾਦ ਉਮੀਦਵਾਰ ਦੀ ਹੈਸੀਅਤ ਵਿੱਚ ਹੀ ਉਹਨਾਂ ਹਾਲੇ ਤੱਕ ਵੀ ਆਪਣੇ ਆਪ ਨੂੰ ਸ਼ੋਅ ਰੱਖਿਆ ਸੀ। ਇਹਦੀ ਵਜ੍ਹਾ ਹੈਗੀ ਹੈ ਜ਼ਹਿਰ ਭਾਈ, ਕਿਸ ਟਾਈਮ ਮੈਂ ਗੱਲ ਕੀਤੀ ਨਹੀਂ ਇਹ ਠੀਕ ਹੁੰਦੀ ਹੈ ਤੇ ਇਰਾਦਾ ਪੁਖਤਾ ਹੁੰਦਾ ਹੈ ਕਿ ਆ ਮੈਂ ਕੰਮ ਕਰਨਾ ਹੈ ਤੇ ਫਿਰ ਉਸ ਟਾਈਮ ਅੱਲਾਹ ਤਾਲਾ ਵੀ ਸਪੋਰਟ ਕਰਦਾ ਹੈ, ਠੀਕ ਹੈ ਨਾ। ਇਹਦੀ ਵਜ੍ਹਾ ਹੈਗੀ ਵੀ ਅਸੀਂ ਅੰਦਰ ਖਾਨੇ ਟੈਂਡਰ ਨਹੀਂ ਲਾਏ। ਅਸੀਂ ਆਜ਼ਾਦ ਜਿੱਤ ਕੇ ਅਸੀਂ ਪੀਟੀਆਈ ਨੂੰ ਵੋਟ ਦਿੱਤਾ ਤੇ ਲੇਕਿਨ ਅਸੀਂ ਆਪਣੇ ਹਲਕੇ ਦਾ ਮੁਤਾਲਬਾ ਵੀ ਨਹੀਂ ਰੱਖਿਆ ਜੀ। ਮੇਰੇ ਹਲਕੇ ਦੇ ਵਿੱਚ ਮੈਨੂੰ ਉੱਤੇ ਸਾਫ਼ ਪਾਣੀ ਚਾਹੀਦਾ ਹੈ, ਮੈਨੂੰ ਉੱਤੇ ਤਲੀਮ ਚਾਹੀਦੀ ਹੈ, ਮੈਨੂੰ ਉੱਤੇ ਸਿਹਤ ਵਾਸਤੇ ਕੰਮ ਚਾਹੀਦਾ, ਮੈਨੂੰ ਉੱਤੇ ਰੋਡ ਚਾਹੀਦੇ ਨੇ, ਸੋਨਾ ਖਾਲੀ ਚਾਹੀਦਾ ਹੈ। ਅਸੀਂ ਉਹ ਅਤਮਾਦ ਦਾ ਵੋਟ ਦੇ ਕੇ ਤੁਹਾਡੇ ਸਾਹਮਣੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਬੀਬੀ ਨੇ ਉਸ ਦੌਰ ਦੇ ਵਿੱਚ, ਇਸ ਦੌਰ ਦੇ ਵਿੱਚ ਕਿਤੇ ਕਿਸੇ ਨੂੰ ਕੋਈ ਪੈਸਾ ਨਹੀਂ ਮਿਲਿਆ। ਜਿਹੜੇ ਪੀਟੀਆਈ ਦੇ ਵੀ ਐਮਪੀ ਐਮਐਨ ਸਨ ਉਹ ਵੀ ਵੇਲਿਆਤ ਸਨ ਜੀ ਤੇ ਬੀਬੀ ਨੇ ਇਸ ਇਲਾਕੇ ਦਾ ਕੰਮ ਕਰਵਾਇਆ। ਫਿਰ ਉਹਦੀ ਵਜ੍ਹਾ ਹੈਗੀ ਹੈ ਕਿ ਸਾਫ਼ ਸ਼ਫਾਫ ਹੋ ਕੇ ਕੰਮ ਕਰਵਾਉਣਾ, ਅੰਦਰ ਖਾਤੇ ਟੈਂਡਰ ਨਹੀਂ ਲਾਉਣੇ, ਓਪਨ ਟੈਂਡਰ ਕਰਵਾਉਣਾ। ਅਗਰ ਇੱਕ ਟੈਂਡਰ 10 ਕਰੋੜ ਰੁਪਏ ਦਾ ਹੈ ਤਾਂ ਅਸੀਂ ਉਹਨੂੰ ਬੋਲੀ ਤੇ ਕਰਵਾਇਆ ਤਾਂ 8 ਕਰੋੜ ਦਾ ਹੋਇਆ ਤਾਂ 2 ਕਰੋੜ ਦੇ ਫਿਰ ਟੈਂਡਰ ਲੱਗੇ ਨੇ ਦੁਬਾਰਾ। ਉਹ 2 ਕਰੋੜ ਵਿੱਚ ਜਿਹੜੀ ਬਚਤ ਹੋਈ ਤੇ ਫਿਰ ਟੈਂਡਰ ਲੱਗੇ ਨੇ ਦੁਬਾਰਾ ਤੇ ਤੁਹਾਡੇ ਸਾਹਮਣੇ। ਰਾਏ ਸਾਹਿਬ, ਆਖਰੀ ਮੈਂ ਸਵਾਲ ਕਰਨਾ ਚਾਹਾਂਗਾ ਕਿ ਆਪਣੇ ਇਸ ਪੂਰੇ ਪੰਜਾਬ ਦੇ ਵਿੱਚ, ਮੈਂ ਇੱਕ ਜ਼ਿਲ੍ਹੇ ਦੀ ਜਾਂ ਇੱਕ ਡਿਵੀਜ਼ਨ ਦੀ ਗੱਲ ਨਹੀਂ ਕਰਾਂਗਾ, ਪੂਰੇ ਪੰਜਾਬ ਦੀ ਗੱਲ ਕਰਾਂਗਾ ਕਿ ਜਿੰਨੇ ਵੀ ਐਮਪੀ ਐਮਐਨਏ ਹੁੰਦੇ ਨੇ ਉਹ ਇਲੈਕਸ਼ਨ ਜਿੱਤਣ ਤੋਂ ਬਾਅਦ ਆਪਣੀ ਆਵਾਮ ਨੂੰ ਨਜ਼ਰ ਨਹੀਂ ਆਉਂਦੇ ਔਰ ਪਿੱਛੇ ਜਿਹੜੇ ਉਹਨਾਂ ਦੇ ਪੀਏ ਹੁੰਦੇ ਨੇ ਜਾਂ ਉਹਨਾਂ ਦੇ ਵਰਕਰ ਹੁੰਦੇ ਨੇ ਜਾਂ ਉਹਨਾਂ ਦੇ ਮੁਲਾਜ਼ਮ ਹੁੰਦੇ ਨੇ ਉਹ ਆਪਣੇ ਜਿਹੜੇ ਐਮਪੀ ਜਾਂ ਐਮਐਨਏ ਸਾਹਿਬ ਹੁੰਦੇ ਨੇ ਉਹਨਾਂ ਦੇ ਡੇਰੇ ਵਿੱਚ ਵੀ ਇੰਟਰ ਨਹੀਂ ਹੋਣ ਦਿੰਦੇ। ਸਾਡੇ ਜ਼ਰਾਏ ਨੇ ਸਾਨੂੰ ਇਹ ਦੱਸਿਆ ਹੈ ਕਿ ਆਪਣੇ ਅਲ ਮੋਹਸਿਨ ਗਰੁੱਪ ਦਾ ਜਿਹੜਾ ਡੇਰਾ ਹੈ, ਹਵੇਲੀ ਹੈ, ਇਹ ਤੋਂ ਪਬਲਿਕ ਦਾ ਰਸ਼ ਖਤਮ ਹੀ ਨਹੀਂ ਹੁੰਦਾ ਔਰ ਤੁਹਾਡੀ ਹਰ ਮੁਮਕਿਨ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਉਣ ਵਾਲੇ ਹਰ ਸਾਇਲ ਨੂੰ ਚਾਹ ਤੋਂ ਨਵਾਜ਼ੀਏ, ਖਾਣੇ ਤੋਂ ਨਵਾਜ਼ੀਏ ਔਰ ਉਹਨਾਂ ਦੀ ਗੱਲ ਸੁਣੀਏ ਔਰ ਉਹਨਾਂ ਦਾ ਮਸਲਾ ਜਿਹੜਾ ਉਹਨੂੰ ਫੌਰਨ ਹੱਲ ਕਰੀਏ। ਇਹਦੀ ਕੀ ਵਜ੍ਹਾ ਹੈ? ਅਸਲ ਚੀਜ਼ ਹੀ ਭਾਈ ਜ਼ਾਇਦ ਇੱਕ ਹੀ ਹੁੰਦੀ ਹੈ ਆਵਾਮ ਦੀ ਨੁਮਾਇੰਦਗੀ। ਇਸ ਤਰ੍ਹਾਂ ਨਹੀਂ ਹੈ ਵੀ ਵੋਟ ਲੈ ਲਿਆ ਫਿਰ ਗਾਇਬ ਹੋ ਗਿਆ। ਠੀਕ ਹੈ, ਕੰਮ ਨਹੀਂ ਵੀ ਹੁੰਦੇ ਲੇਕਿਨ ਆਵਾਮ ਨੂੰ ਮਿਲਣਾ, ਆਵਾਮ ਦੀ ਗੱਲ ਸੁਣਨਾ, ਉਹਨਾਂ ਦੇ ਦੁੱਖ ਦਰਦ ਦੇ ਵਿੱਚ ਸ਼ਾਮਲ ਹੋਣਾ, ਆ ਫਿਰ ਸਾਡਾ ਕਿਹੜਾ ਕੈਂਡੀਡੇਟ ਹੁੰਦਾ ਉਹਦਾ ਫਰਜ਼ ਹੁੰਦਾ ਹੈ ਕਿ ਇਸ ਟਾਈਮ 24,000 ਦੀ ਲੀਡ ਤੋਂ ਬੀਬੀ ਜੁਗਨੂ ਮੋਹਸਿਨ ਸਾਹਿਬਾ ਜਿੱਤੇ ਨੇ ਤੇ ਸਾਫ਼ ਜ਼ਾਹਿਰ ਹੈ ਆਵਾਮ ਨੇ ਵੋਟ ਦਿੱਤਾ ਹੈ ਤਾਂ ਆਵਾਮ ਦਾ ਹੱਕ ਹੈ ਕਿ ਅਸੀਂ ਉਹਨਾਂ ਦਾ ਕੰਮ ਕਰੀਏ। ਤੇ ਉਸ ਤੋਂ ਬਾਅਦ ਪਿਆਰ ਹੈ, ਉਸ ਤੋਂ ਬਾਅਦ ਝੂਠ ਨਹੀਂ, ਉਸ ਤੋਂ ਬਾਅਦ ਪਤਾ ਹੈ ਵੀ ਉੱਥੇ ਚਾਹ ਵੀ ਮਿਲਣੀ, ਪਾਣੀ ਮਿਲਣਾ ਹੈ, ਉੱਤੇ ਸਾਨੂੰ ਫਟੀਕ ਨਹੀਂ ਪੈਣੀ। ਉਸ ਤੋਂ ਬਾਅਦ ਆ ਵੀ ਪਤਾ ਹੈ ਵੀ ਸਾਨੂੰ ਕਿਸੇ ਨੂੰ ਪੈਸੇ ਨਹੀਂ ਦੇਣੇ ਪੈਣੇ, ਕਿਸੇ ਪੀਏ ਨੂੰ ਪੈਸੇ ਨਹੀਂ ਦੇਣੇ ਪੈਣੇ, ਕਿਸੇ ਸੈਕਟਰੀ ਨੂੰ ਪੈਸੇ ਨਹੀਂ ਦੇਣੇ ਪੈਣੇ। ਥਾਣੇ ਦਾ ਕਲਚਰ ਵੀ ਬੀਬੀ ਸਾਹਿਬਾ ਦੇ ਹੁਕਮ ਨਾਲ ਤੁਸੀਂ ਖਤਮ ਕੀਤਾ ਹੈ ਤੇ ਇਹਦਾ ਤੁਸੀਂ ਕਿਸ ਹੱਦ ਤੱਕ ਮੁਤਮਈਨ ਹੋ ਕਿ ਇੰਨੇ ਜਿਹੜੇ ਥਾਣੇ ਦੇ ਮਸਾਇਲ ਹੈਗੇ ਸਨ ਉਹ ਤੁਹਾਡੇ ਆਉਣ ਨਾਲ ਜਾਂ ਬੀਬੀ ਸਾਹਿਬਾ ਦੇ ਆਉਣ ਨਾਲ ਉਹ ਖਤਮ ਹੋਏ ਨੇ, ਮਸਾਇਲ ਦਾ ਜਿਹੜਾ ਉਹ ਹੱਲ ਹੋ ਚੁੱਕਿਆ ਹੈ? ਮਾਸ਼ਾਅੱਲਾ, ਮੈਂ ਸਮਝਣਾ ਵੀ ਸਾਰੇ ਤੋਂ ਵੱਡਾ ਕੰਮ ਹੀ ਬੀਬੀ ਰਾਹ ਕੀਤਾ ਹੈ ਕਿਉਂਕਿ ਆ ਬੰਦੇ ਨੂੰ ਖੁਦ ਨੂੰ, ਕਿਉਂਕਿ ਇੱਥੇ ਸਾਡੇ ਕੋਲ ਝੂਠੇ ਪਰਚਿਆਂ ਦੀ ਸਿਆਸਤ ਹੈਗੀ ਸੀ ਪਹਿਲੇ, ਕਿੰਨੇ ਵੋਟ ਦਿੱਤਾ ਫੜਕਾ ਦਿਓ, ਉਹ ਕਰ ਦਿਓ, ਇਹ ਕਰ ਦਿਓ। ਮੈਂ ਨਾ ਕੋਈ ਬੰਦਾ ਸਾਬਤ ਕਰੇ। ਬੀਬੀ ਦੇ ਆ 4 ਸਾਲ ਗੁਜ਼ਰ ਗਏ ਨੇ, ਪੂਰਾ ਹੋ ਗਿਆ ਹੈ ਟੁੰਡੋਰ, ਤੇ ਸਾਨੂੰ ਕੋਈ ਸਾਬਤ ਕਰੇ ਅਗਰ ਬੀਬੀ ਨੇ ਕਿਸੇ ਨਾਲ ਜ਼ੁਲਮ ਕੀਤਾ ਹੈ ਜਾਂ ਝੂਠਾ ਪਰਚਾ ਕਿਸੇ ਤੇ ਕਰਵਾਇਆ। ਲੇਕਿਨ ਸਾਡੇ ਕੋਲ ਰਿਵਾਜ਼ ਗਲਤ ਹੈ। ਇੱਥੇ ਲੋਕ ਬਹਿ ਕੇ ਪ੍ਰੋਪਗੈਂਡਾ ਕਰਦੇ ਨੇ, ਇੱਥੇ ਲੋਕ ਜ਼ਾਲਮ ਦੇ ਨਾਲ ਖੜੇ ਹੋਣ ਦੇ, ਮਜ਼ਲੂਮ ਦੇ ਖਿਲਾਫ ਖੜੇ ਹੋਣ ਦੇ। ਸਾਡੇ ਕੋਲ ਆ ਰਿਵਾਜ਼ ਹੈ ਲੇਕਿਨ ਬੀਬੀ ਦੇ ਵਿੱਚ ਔਰ ਬੀਬੀ ਦੇ ਸਾਥੀਆਂ ਦੇ ਵਿੱਚ ਕਤਨਾ ਨਹੀਂ, ਚਾਹੇ ਜੋ ਮਰਜ਼ੀ ਹੋ ਜਾਵੇ। ਬੀਬੀ ਚਾਹੇ ਕਿਸੇ ਦਾ 1 ਵੋਟ ਹੈ, ਚਾਹੇ ਕਿਸੇ ਦਾ 1000 ਵੋਟ ਹੈ, ਲੇਕਿਨ ਬੀਬੀ ਜ਼ਾਲਮ ਦੇ ਨਾਲ ਨਹੀਂ ਖੜੇ, ਉਹ ਮਜ਼ਲੂਮ ਦੇ ਨਾਲ ਖੜੇ ਨੇ ਔਰ ਉਹਨਾਂ ਦੇ ਸਾਥੀ ਵੀ ਇਸ ਤਰ੍ਹਾਂ।
ਰਾਏ ਸਾਹਿਬ, ਆਖਰੀ ਕੁਐਸਚਨ। ਵੈਸੇ ਮੇਰਾ ਦਿਲ ਕਰ ਰਿਹਾ ਕਿ ਮੈਂ ਤੁਹਾਡੇ ਨਾਲ ਗੁਫ਼ਤਗੂ ਕਰਦਾ ਰਹਾਂ, ਬਹੁਤ ਮਜ਼ਾ ਆ ਰਿਹਾ ਤੁਹਾਡੇ ਨਾਲ, ਮਿਠਾਸ ਹੈ ਤੁਹਾਡੇ ਅਲਫਾਜ਼ ਦੇ ਵਿੱਚ, ਔਰ ਤੁਸੀਂ ਆਵਾਮ ਦੇ ਖੈਰ ਖਾਓ। ਬੀਬੀ ਸਾਹਿਬਾ MNA ਦੇ ਟਿਕਟ ਤੇ ਇਲੈਕਸ਼ਨ ਲੜਨਗੇ ਜਾਂ MPA ਦੇ ਇਲੈਕਸ਼ਨ? ਜੋ ਬੀਬੀ ਨੇ ਫੈਸਲਾ ਕਰਨ ਤੇ, ਔਰ ਜੋ ਆਵਾਮ ਫੈਸਲਾ ਕਰੇ ਦੀ, ਔਰ ਕਾਫੀ ਆਵਾਮ, ਮੈਂ ਤੁਹਾਡੇ ਜ਼ਰੀਏ ਦੱਸਣਾ ਚਾਹਣਾ ਵੀ ਦਪਾਲਪੁਰ ਤੋਂ ਪੂਰੇ ਹਲਕੇ ਤੋਂ ਆਵਾਮ ਆ ਕੇ ਬੀਬੀ ਇੱਕ ਡਿਮਾਂਡ ਕਰ ਰਹੀ ਵੀ ਤੁਸੀਂ MNA ਦਾ ਇਲੈਕਸ਼ਨ ਲੜੋ। MPA ਤਾਂ ਅਸੀਂ ਬਿਲਕੁਲ ਲੈ ਗਏ ਹਾਂ, ਕਹਿੰਦੇ ਅਸੀਂ ਕਿਉਂਕਿ ਸਾਫ ਜ਼ਾਹਿਰ ਹੈ ਜਿਹੜੇ ਸਾਡੇ ਸਾਥੀ ਨੇ ਅਸੀਂ ਉਹਨਾਂ ਨੂੰ ਛੱਡਣਾ ਤਾਂ ਨਹੀਂ ਤੇ ਬੀਬੀ ਨੂੰ, ਲੇਕਿਨ ਜੋ ਬੀਬੀ ਦੀ ਫੈਸਲਾ ਕਰਨ ਤੇ ਕਿਆਦਤ ਨੇ ਵੀ ਬੀਬੀ ਨੂੰ ਕਿਹਾ ਹੈ। ਲੇਕਿਨ ਆਵਾਮ ਤਾਂ ਇਹ ਚਾਹ ਰਹੀ ਹੈ ਕਿ ਅਸੀਂ MPA ਦੀ ਸ਼ਕਲ ਦੇ ਵਿੱਚ ਰਾਏ ਮੁਸ਼ਤਾਕ ਅਹਿਮਦ ਖਰਲ ਨੂੰ ਵੇਖੀਏ ਔਰ MNA ਦੀ ਸ਼ਕਲ ਦੇ ਵਿੱਚ ਸਈਦਾ ਜੁਗਨੂ ਮੋਹਸਿਨ ਕਰਮਾਨੀ ਨੂੰ ਵੇਖੀਏ। ਤੁਸੀਂ ਆਵਾਮ ਦੇ ਫੈਸਲੇ ਨੂੰ ਕਿਸ ਹੱਦ ਤੱਕ ਮਹਿਸੂਸ ਕਰਦੇ ਹੋ? ਜੋ ਬੀਬੀ ਨੇ ਫੈਸਲਾ ਕਰਨ ਦੇ ਔਰ ਜੋ ਆਵਾਮ ਫੈਸਲਾ ਕਰੇ ਦੀ, ਔਰ MP MN ਬਣਨਾ ਮੁਸ਼ਕਲ ਨਹੀਂ ਹੁੰਦਾ। ਤੇ ਦਰਅਸਲ MP MN ਬਣ ਕੇ ਲੋਕਾਂ ਦੀ ਉਮੀਦਾਂ ਤੇ ਪੂਰਾ ਉਤਰਨਾ, ਲੋਕਾਂ ਦੇ ਕੰਮ ਕਰਨੇ, ਉਹ ਲੋਕਾਂ ਨੂੰ ਮਿਲਣਾ ਜੁਲਣਾ, ਉਹਨਾਂ ਦੀ ਖੁਸ਼ੀ ਕਮੀ ਵਿੱਚ ਰਹਿਣਾ, ਅਗਰ ਬੰਦਾ ਕਰ ਸਕਦਾ ਤੇ ਫਿਰ ਹੀ ਬੰਦਾ ਇਲੈਕਸ਼ਨਾਂ ਦੇ ਵਿੱਚ ਜਾਵੇ ਤੇ ਫਿਰ ਹੀ ਸਾਰਾ ਕੁਝ ਕਰਨਾ ਚਾਹੀਦਾ ਹੈ। ਅਗਰ ਟਿਕਟ ਲੈ ਕੇ ਤੇ ਉਹਦਾ ਇਲੈਕਸ਼ਨ ਜਿੱਤ ਕੇ 4 ਸਾਲ ਨਜ਼ਰ ਹੀ ਨਹੀਂ ਆਵਣਾ ਤੇ ਆਖਰੀ ਸਾਲ ਆ ਕੇ ਚਾਚਾ ਵੀ ਬਣ ਜਾਣਾ ਹੈ ਤੇ ਭਤੀਜਾ ਵੀ ਬਣਾ ਲੈਣਾ ਹੈ, ਤੇ ਮੈਂ ਤਾਂ ਸਮਝਣਾ ਵੀ ਆ ਸਾਡੇ ਵਿੱਚ ਸਾਨੂੰ ਵੀ ਪਛਾਣ ਹੋਣੀ ਚਾਹੀਦੀ ਹੈ, ਆਵਾਮ ਨੂੰ ਵੀ ਪਛਾਣ ਹੋਣੀ ਚਾਹੀਦੀ ਹੈ। ਲੇਕਿਨ ਸਾਨੂੰ ਬੀਬੀ ਲੜਨ ਚਾਹੇ ਜੋ ਮਰਜ਼ੀ ਕੋਈ ਇਲੈਕਸ਼ਨ ਲੜੇ ਹੱਕ ਹੈ, ਲੇਕਿਨ ਆਵਾਮ ਨੂੰ ਆ ਸੋਚਣਾ ਚਾਹੀਦਾ ਹੈ ਵੀ ਅਸਲ ਹੱਕਦਾਰ ਕੌਣ ਹੈ, ਆਵਾਮ ਦੇ ਕੰਮ ਕੌਣ ਕਰ ਸਕਦਾ ਹੈ, ਜਾਇਜ਼ ਫੰਡ ਕੌਣ ਲਾ ਸਕਦਾ ਹੈ, ਚੋਰੀ ਸਾਡੀ ਕਿਹੜਾ ਬੰਦਾ ਨਹੀਂ ਕਰੇਦਾ, ਝੂਠੇ ਪਰਚੇ ਕੌਣ ਨਹੀਂ ਕਰਵਾਵੇਦਾ, ਇਲਾਜ ਮਾਜਰਾ ਕੌਣ ਕਰਵਾਵੇਦਾ ਸਾਡਾ। ਜੀ ਬਹੁਤ ਸ਼ੁਕਰੀਆ ਜੀ। ਨਾਜ਼ਰੀਨ, ਮੈਂ ਪੰਜਾਬੀ 'ਚ ਹੀ ਆਪਣਾ ਇਖਤਤਾਮ ਕਰਾਂਗਾ ਕਿ ਦਿਲ ਨਹੀਂ ਕਰ ਰਿਹਾ ਸੀ ਰਾਏ ਸਾਹਿਬ ਦੇ ਨਾਲ ਗੁਫ਼ਤਗੂ ਖਤਮ ਕਰਨ ਨੂੰ, ਲੇਕਿਨ ਮਜਬੂਰੀ ਹੈ ਕਿ ਅਸੀਂ ਮਹਿਸੂਸ ਕੀਤਾ ਹੈ ਹਲਕੇ ਦੇ ਵਿੱਚ ਜਾ ਕੇ, ਹਲਕੇ ਦੀ ਆਵਾਮ ਦੇ ਕੋਲ ਜਾ ਕੇ, ਉਹਨਾਂ ਦਾ ਵੀ ਇਹ ਕਹਿਣਾ ਕਿ ਸਈਦਾ ਜੁਗਨੂ ਮੋਹਸਿਨ ਕਰਮਾਨੀ ਸਾਹਿਬਾ ਇੱਕ ਐਸੀ ਸ਼ਖਸੀਅਤ ਹੈ, ਇੱਕ ਐਸੀ ਪਰਸਨੈਲਿਟੀ ਹੈ ਕਿ ਜਿਨ੍ਹਾਂ ਆ ਕੇ ਗਰੀਬ ਦੇ ਬਾਰੇ ਸੋਚਿਆ। ਗਰੀਬ ਦੇ ਬਾਰੇ ਸੋਚਦਿਆਂ ਹੋਇਆਂ ਲੰਗਰ ਖਾਨਿਆਂ ਦਾ ਇੰਤਜ਼ਾਮ ਕੀਤਾ ਗਿਆ, ਫ੍ਰੀ ਡਿਸਪੈਂਸਰੀ ਦਾ ਇੰਤਜ਼ਾਮ ਕੀਤਾ ਗਿਆ, ਔਰ ਇਸ ਦੇ ਨਾਲ ਨਾਲ ਜਿਹੜੇ ਸਾਡੇ ਮਸਾਇਲ ਹੈਗੇ ਸਨ, ਹੈਲਥ ਦੇ ਰਿਲੇਟਡ ਨੇ, ਖਵਾਤੀਨ ਦੇ ਰਿਲੇਟਡ ਨੇ ਜਾਂ ਨੌਜਵਾਨ ਦੇ ਰਿਲੇਟਡ ਨੇ, ਉਹਨਾਂ ਦੇ ਬਾਰੇ ਵੀ ਆ ਕੇ ਸਈਦਾ ਜੁਗਨੂ ਮੋਹਸਿਨ ਕਰਮਾਨੀ ਨੇ ਬਹੁਤ ਜ਼ਿਆਦਾ ਸੋਚਿਆ। ਮੇਰੇ ਨਾਲ ਰਾਏ ਮੁਸ਼ਤਾਕ ਅਹਿਮਦ ਖਰਲ ਸਾਹਿਬ ਮੌਜੂਦ ਸਨ, ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਇਨਸ਼ਾਅੱਲਾ ਤਾਲਾ ਬੀਬੀ ਸਈਦਾ ਜੁਗਨੂ ਮੋਹਸਿਨ ਕਰਮਾਨੀ ਦੀ ਅਸੀਂ ਜ਼ੇਰੇ ਸਾਇਆ ਰਹਿੰਦੇ ਹੋਇਆਂ ਆਪਣੇ ਹਲਕੇ ਦੀ ਆਵਾਮ ਦੇ ਬਾਰੇ ਮਜ਼ੀਦ ਬਿਹਤਰ ਸੋਚਾਂਗੇ, ਔਰ ਅਲਹਮਦੁਲਿਲਾ ਕਿ ਜਿੰਨੇ ਕੰਮ ਅਸੀਂ ਕਰਵਾਏ ਨੇ ਇਹਨਾਂ 3.5 ਸਾਲਾਂ ਦੇ ਵਿੱਚ 35 ਤੋਂ 40 ਸਾਲ ਦੇ ਦਰਮਿਆਨ ਕਿਸੇ ਵੀ MNA ਜਾਂ MPA ਨੇ ਨਹੀਂ ਕਰਵਾਏ। ਔਰ ਇਸ ਦੇ ਨਾਲ ਨਾਲ ਨਾਜ਼ਰੀਨ ਮੈਂ ਤੁਹਾਨੂੰ ਹੋਰ ਦੱਸਦਾ ਚੱਲਾਂ ਕਿ ਬੀਬੀ ਸਈਦਾ ਜੁਗਨੂ ਮੋਹਸਿਨ ਕਰਮਾਨੀ ਦੇ ਇਲੈਕਸ਼ਨ ਜਿੱਤਣ ਤੋਂ ਪਹਿਲੇ ਜਿਹੜਾ ਵੀ ਕੈਂਡੀਡੇਟ ਇਲੈਕਸ਼ਨ ਜਿੱਤਦਾ ਸੀ, ਵਿਨ ਕਰਦਾ ਸੀ, ਉਹ ਆਪਣੇ ਹਲਕੇ ਦੇ ਵਿੱਚ ਨਜ਼ਰ ਨਹੀਂ ਆਉਂਦਾ ਸੀ। ਹੁਣ ਅਸੀਂ ਇਹ ਵੇਖ ਰਹੇ ਹਾਂ ਕਿ ਬੀਬੀ ਸਈਦਾ ਜੁਗਨੂ ਮੋਹਸਿਨ ਕਰਮਾਨੀ ਔਰ ਰਾਏ ਮੁਸ਼ਤਾਕ ਅਹਿਮਦ ਖਰਲ ਆਪਣੀ ਆਵਾਮ ਦੇ ਨਾਲ ਲਮਾ ਬਲਮਾ ਰਾਬਤੇ ਵਿੱਚ ਨੇ। ਅਗਰ ਕਿਸੇ ਨੂੰ ਕੋਈ ਮਸਲਾ ਹੁੰਦਾ ਹੈ, ਉਹ ਡੇਰਾ ਅਲ ਮੋਹਸਿਨ ਗਰੁੱਪ ਤੇ ਤਸ਼ਰੀਫ ਲਿਆਉਂਦੇ ਨੇ ਔਰ ਉਹਨਾਂ ਦਾ ਉਹ ਮਸਲਾ ਹੱਲ ਕਰ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਆਪਣੇ ਮੇਜ਼ਬਾਨ ਜ਼ਾਹਿਦ ਨਕਵੀ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।